ਆਵਾਜ਼ ਦੀ ਦੁਨੀਆ ਦੇ ਦੋਸਤਾਂ ਨੂੰ ਮੇਰਾ ਯਾਨੀ ਸੀਮਾ ਗਰੇਵਾਲ ਦਾ ਅਦਾ ਵਰਜ਼ਿਸ਼ੀ ਹਾਜ਼ਰ ਹਾਂ ਇੱਕ ਪ੍ਰਵਾਸੀ ਕਹਾਣੀ ਲੈ ਕੇ, ਜਿਸ ਦਾ ਸਿਰਲੇਖ ਹੈ ਮੁਖੜਾ ਚੰਨ ਵਰਗਾ। ਕਹਾਣੀਕਾਰ ਨੇ ਅਮਰਜੀਤ ਚਾਹਲ। ਧੀਮੀ ਆਦਮੀ ਮਹੀਨਾ ਭਰ ਇੱਕ ਦੂਜੇ ਦੇ ਮੱਥੇ ਨਾ ਲੱਗਣ ਨਾ ਤਾਂ ਗੱਲ ਮੁਕਲਾਵੇ ਵਰਗੀ ਹੋ ਜਾਂਦੀ ਹੈ। ਜਸਜੀਤ 6 ਵਰਿਆਂ ਪਿੱਛੋਂ ਗਿਣਤੀ ਦੇ ਦਿਨਾਂ ਲਈ ਘਰ ਪਰਤਿਆ ਸੀ। ਪਹਿਲਾਂ ਹਰ ਸਾਲ ਤਿਆਰ ਹੁੰਦੇ ਨੇ, ਉਸ 3-4 ਸਾਲ ਲੰਘਾ ਲਏ ਸੀ। ਇਸ ਵਾਰ ਵੀ ਉਹ ਸ਼ਾਇਦ ਨਾ ਆਇਆ ਹੁੰਦਾ ਜੇਕਰ ਪਿੰਡੋਂ ਉਹਨਾਂ ਦੇ ਲਹਿਣੇਦਾਰ ਦੀ ਚਿੱਠੀ ਨਾ ਜਾਂਦੀ। ਚਿੱਠੀ ਵਿੱਚ ਸਾਫ਼ ਲਿਖਿਆ ਸੀ ਕਿ ਜਾਂ ਤੇ ਵਾਅਦਾ ਦੇ ਕੇ ਜ਼ਮੀਨ ਆਪ ਖਰੀਦ ਲਓ, ਨਹੀਂ ਤੇ ਵਿਲਾਇਤੀਆ ਬੰਤਾ ਸੀ ਉਹਨੂੰ ਬੈ ਕਰ ਦੇਣੀ ਹੈ। ਤੁਹਾਡੇ ਕੋਲ ਜਿੰਨੇ ਚ ਗਹਿਣੇ ਤੇਰੀ ਸੀ ਨਾ, ਪੈਸੇ ਚੁੱਕਦੇ ਕਰ ਦੋ। ਜ਼ਮੀਨ ਦੇ ਟੋਟੇ ਵਿੱਚ ਭੱਜ ਪੈ ਜਾਣੀ ਸੀ। ਉਹ ਸੋਚਿਆ ਚਲੋ ਨਾਲੇ ਨਿਆਣੇ ਨਿੱਕਿਆਂ ਦਾ ਮੂੰਹ ਦੇਖ ਆਵਾਂਗਾ, ਨਾਲੇ ਜ਼ਮੀਨ ਦਾ ਕੰਮ ਹੋ ਜੂ। ਸਵੇਰੇ ਉਸ ਜ਼ਮੀਨ ਦੀ ਰਜਿਸਟਰੀ ਕਰਾਉਣ ਜਾਣਾ ਸੀ ਤੇ ਹੁਣ ਤੱਕ ਰਾਤ ਦਾ ਪਹਿਲਾ ਪਹਿਰ ਬੀਤ ਚੁੱਕਿਆ ਸੀ। ਤਿੱਖੇ ਨਕਸ਼ਾਂ ਵਾਲੀ ਨੀਲੀ ਲਾਟ ਨੇ ਉਸਨੂੰ ਸੇਕ ਕੇ ਗੱਲ ਤੋਰੀ। ਉਸ ਜਵਾਬ ਵਿੱਚ ਕਿਹਾ, ਤੈਨੂੰ ਯਕੀਨ ਨਹੀਂ ਆਉਂਦਾ? ਨਹੀਂ, ਮੈਨੂੰ ਨਹੀਂ ਆਉਂਦਾ। ਸੁਣਿਆ ਬੰਦਿਆਂ ਮਗਰ ਫਿਰਦੀਆਂ ਨੇ, ਨਾਲੇ 100 ਖਾਤਰਾਂ ਕਰਦੀਆਂ। ਦੇਖ, ਦੁਨੀਆ ਦੇ ਇਸ ਸਿਰੇ ਤੋਂ ਲੈ ਕੇ ਉਹ ਸਿਰੇ ਤੱਕ ਤੀਵੀਂ ਹੈ ਤੇ ਆਦਮੀ। ਸੁਣਿਆ ਬੋਲੀ 12 ਕੋਹਾਂ ਤੇ ਬਦਲ ਜਾਂਦੀ ਹੈ ਤੇ ਰਸਮ ਰਿਵਾਜ ਪੈਸੇ ਦੇ ਉਤਾਰ ਚੜਾਅ ਨਾਲ। ਹੋਰ ਫਰਕ ਕੋਈ ਨਹੀਂ, ਜੋ ਇੱਥੇ ਹੈ ਸੋ ਉੱਥੇ। ਸਮਝੀ ਗੱਲ? ਉਸ ਆਪਣੇ ਕੰਨੀਓ ਗੋਲ ਮੋੜ ਕਰ ਦਿੱਤੀ। ਇਹ ਤਾਂ ਜੀ ਮੈਨੂੰ ਪਤਾ, ਮੈਨੂੰ ਨਹੀਂ ਪਤਾ। ਉਹ ਮੇਰਾ ਮਨ ਕਹਿੰਦਾ ਸੀ ਤੁਸੀਂ ਇਹੋ ਜਿਹੇ ਨਹੀਂ ਹੈਗੇ। ਫਿਰ ਸੋਚਿਆ ਸੀ ਬੰਦੇ ਦਾ ਕੀ ਪਤਾ, ਅੱਜ ਹੋਰ ਤੇ ਕੱਲ ਹੋਰ। ਚੋ ਤੇਰੀ ਸਾਵੇਂ ਦਾ 1000 ਗੁਰੀ ਹੈ ਚ। ਸੁਰਿੰਦਰ ਨੂੰ ਖੁਸ਼ ਕਰਨ ਲਈ ਉਸਨੂੰ ਹੋਰ ਮੂੰਹ ਨਾਲ ਕੁੱਟਦਿਆਂ ਜਸਜੀਤ ਨੇ ਕਿਹਾ, ਬਸ ਐਵੇਂ ਕਿਵੇਂ ਤੇਰੇ ਬਿਨਾਂ ਦਿਨ ਕੱਟੀ ਕਰ ਲਈਏ। ਲਾਓ ਫਿਰ ਕੰਨਾਂ ਨੂੰ ਹੱਥ, ਵੀ ਮੁੜ ਨਹੀਂ ਸਾਨੂੰ ਛੱਡ ਕੇ ਜਾਂਦੇ। ਕਰੋ ਅਦਾ, ਨਹੀਂ ਛੱਡ ਕੇ ਜਾਂਦੇ ਮੁੜ ਕੇ। ਉਸਦੀ ਖੁਸ਼ੀ ਹਉਮੈ ਦੀਆਂ ਬਰੂਹਾਂ ਟੱਪ ਗਈ। ਬਾਹਰਲੇ ਦਰ ਦਾ ਕੁੰਡਾ ਖੜ ਗਿਆ। ਜਸਜੀਤ ਉੱਠ ਕੇ ਦੇਖਣ ਲੱਗਿਆ। ਉਸ ਤਾਕੀ ਖੁੱਲੀ। ਖੜਾਕ ਨਾਲ ਗਵਾਂਢੀਆਂ ਦੀ ਟਾਹਲੀ ਤੋਂ ਕਿਸੇ ਜਾਨਵਰ ਨੇ ਹਿਲਜੁਲ ਕੀਤੀ। ਚੰਦ ਨੇ ਟਾਹਲੀ ਉੱਪਰ ਦੀ ਆਪਣਾ ਚਿਹਰਾ ਉੱਚਾ ਕਰ ਲਿਆ ਸੀ। ਓਏ, ਇਹ ਕੌਣ ਹੋਇਆ ਇਸ ਵੇਲੇ ਹੈ? ਉਹ ਸਹਿਮ ਜੀ ਨਾਲ ਬੁੜਬੁੜਾਇਆ। ਡਰ, ਐਸ਼ ਤੇ ਰਾਮਪ੍ਰਸਤੀ ਦੀ ਦੇਣ ਹੈ। ਨੀਲੀ ਲਾਟ ਤਾੜ ਗਈ ਸੀ। ਪੈ ਜਾਓ ਤੁਸੀਂ, ਛੱਡੋ। ਉਸਨੂੰ ਬਾਹੋਂ ਫੜ ਬਿਸਤਰੇ ਵਿੱਚ ਸਿਮਟਦੀ ਹੋਈ ਨੇ ਕਿਹਾ, ਕੋਈ ਜਾਗ ਲੈਣ ਆਈ ਹੋ, ਆਪੇ ਬੇਜੀ ਦੇ ਦੇਣਗੇ। ਜਾਗ ਲੈਣ ਇਸ ਵੇਲੇ? ਜਾਗ ਲੈਣ ਇਸ ਵੇਲੇ? ਉਸਦੇ ਅੰਦਰ ਸ਼ੱਕ ਦਾ ਕੰਡਾ ਰੜ ਗਿਆ। ਰਾਤ ਦਾ ਪਹਿਲਾ ਪਹਿਰ ਕਦੇ ਦਾ ਲੰਘ ਚੁੱਕਿਆ ਸੀ। ਗੁਆਂਢੀ ਦੀਵਾ ਬੱਤੀ ਕਦੇ ਤੇ ਵੱਡਾ ਕਰਕੇ ਟਿਕ ਗਏ ਸਨ। ਉਹ ਸ਼ਿਸ਼ਟਾਚਾਰ ਵਜੋਂ ਚੁੱਪ ਜਿਹਾ ਕਰ ਗਿਆ। ਦੋਹਾਂ ਦੇ ਕੰਨ ਹੇਠਾਂ ਬਿੜਕ ਲੈਣ ਲੱਗੇ। ਜਸਜੀਤ ਬੇਜੀ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਕੋਈ ਹੁੰਦਾ ਤਾਂ ਬੇਜੀ ਨੇ ਲੰਮੀ ਹੇਕ ਵਿੱਚ ਪੁੱਛਣਾ ਸੀ, ਕੌਣ ਹੈ? ਦਰਾਂ ਵੱਲੋਂ ਆਵਾਜ਼ ਆਉਣੀ ਸੀ, ਚਾਚੀ ਮੈਂ ਆ। ਫਿਰ ਬੇਜੀ ਨੇ ਮਾੜੇ ਮੋਟੇ ਗਿਲੇ ਕਰਦੀ ਨੇ ਦਰ ਖੋਲ ਦੇਣਾ ਸੀ। ਭਾਈ ਗੱਲ ਸੁਣ, ਜੇ ਕੰਮ ਹੁੰਦਾ ਹੈ ਤਾਂ ਵੇਲੇ ਨਾਲ ਆਇਆ ਕਰੋ। ਹਾਂ, ਪਰੰਤੂ ਇਹੋ ਜਿਹਾ ਕੁਝ ਵੀ ਨਹੀਂ ਸੀ ਹੋਇਆ। ਦਰਵਾਜ਼ਾ ਖੁੱਲਿਆ, ਬੰਦ ਹੋ ਗਿਆ। ਇੱਕ ਪੈੜ ਚਾਪ ਡਿਓੜੀ ਵਾਲੇ ਪਾਸਿਓਂ ਜਿਵੇਂ ਵਸੋਂ ਵਾਲੇ ਪਾਸੇ ਨੂੰ ਜਾਂਦੀ ਸੁਣਾਈ ਦੇ ਗਈ। ਰਸੋਈ ਵਿੱਚ 2 ਕੁ ਭਾਂਡੇ ਖੜ ਕੇ ਨਲਕਾ ਗਿੜਿਆ ਤੇ ਫਿਰ ਦਲਾਨ ਦਾ ਬੂਹਾ ਬੰਦ ਹੋ ਗਿਆ। ਇੱਕ ਠਰੀ ਜਿਹੀ ਚੁੱਪ ਘਰ ਦੇ ਵਿਹੜੇ ਵਿੱਚ ਪਸਰ ਗਈ। ਕਹਿਣ ਸੁਣਨ ਦੀ ਹੁਣ ਕਿਹੜੀ ਬਾਕੀ ਸੀ? ਉਹ ਇੱਕ ਦੂਜੇ ਦੀ ਆਵਾਜ਼ ਤੋਂ ਡਰਦੇ ਮਾਰੀ ਜਿਵੇਂ ਚੁੱਪ ਸੀ। ਕੋਈ ਵੀ ਆਵਾਜ਼ ਲਾਵੇ ਵਰਗੀ ਜਾਂ ਗੁਨਾਹ ਵਰਗੀ ਹੋ ਜਾਣੀ ਸੀ। ਇਸ ਸਾਲੇ ਦੀ ਹਿੰਮਤ ਕਿਵੇਂ ਹੋਈ ਸਾਲੇ ਦੀ? ਜਸਮੀਤ ਨੇ ਡਰ ਹੇਠ ਦੱਬੇ ਗੁੱਸੇ ਨਾਲ ਆਖਿਆ ਸੀ, ਤੂੰ ਕਹਿੰਦੀ ਸੀ ਕੋਈ ਜਾਗ ਲੈਣਾ ਹੀ ਹੋਣੀ ਹੈ? ਮਗਲੀ ਗੱਲ ਉਸ ਉਲਾਂਭੇ ਨਾਲ ਸੁਰਿੰਦਰ ਨੂੰ ਸੰਬੋਧਨ ਕੀਤੀ। ਤੁਹਾਨੂੰ ਵੀ ਜੀ ਪਤਾ ਹੀ ਸੀ
ਸੁਰਿੰਦਰ ਨੇ ਸੱਚ ਦੇ ਕੱਚ ਨੂੰ ਤੋੜਿਆ ਤੇ ਕਿੰਕਰਾਂ ਖੰਡੀਆਂ। ਇੱਥੇ ਕਿਹਨੂੰ ਨਹੀਂ ਪਤਾ ਜੀ, ਸਾਰੇ ਜਾਣਦੇ ਨੇ। ਕੋਈ ਚੀਜ਼ ਘਰ ਬਣੇ, ਬੇਜੀ ਛੋਟੀ ਬੀਬੀ ਹੱਥ ਇਹਨਾਂ ਦੇ ਘਲਦੇ ਨੇ। ਉਹ ਕਿਉਂ ਭੌਂਕੀ ਜਾਨੀ ਹੈ? ਬੰਦ ਕਰ ਬਕਵਾਸ। ਗੁੱਸੇ 'ਚ ਮੱਚਦਾ ਮੰਜੇ ਤੋਂ ਉੱਠਿਆ। ਚੁਬਾਰੇ ਵਿੱਚ ਉਸਨੇ ਉੜਦੀ ਜੀ ਨਿਗਾਹ ਮਾਰੀ। ਡਰਦੀ ਜੀ ਸੁਰਿੰਦਰ ਵੀ ਉੱਠ ਖੜੀ ਹੋਈ। ਤੁਸੀਂ ਕੀ ਕਰਨ ਲੱਗੇ ਹੁਣ? ਮਾਂ ਦਾ ਸਿਰ, ਬੁਰੇ ਦੀ ਮਾਂ ਦਾ ਸਿਰ। ਕੰਜਰਾਂ ਦਾ ਘਰ ਬਣਾ ਛੱਡਿਆ ਕੁੱਤੀ ਨੇ। ਉਸਦੀ ਆਵਾਜ਼ ਸਾਧਾਰਨ ਨਾਲੋਂ ਉੱਚੀ ਹੋ ਗਈ ਸੀ। ਉਹ ਪਾਸੇ ਹੋ, ਹਟ ਪਾਸੇ। ਤਖਤਿਆਂ ਨੂੰ ਬੈਠ ਲਈ ਸੁਰਿੰਦਰ ਨੂੰ ਬਾਹੋਂ ਫੜ ਉਸ ਪਾਸੇ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਨਹੀਂ ਜੀ ਜਾਣ ਦੇਣਾ, ਪਲੀਜ਼, ਮੈਂ ਨਹੀਂ ਜਾਣ ਦੇਣਾ। ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਲੱਗੇ ਹੋ? ਮੈਨੂੰ ਮਾਰ ਲਓ, ਜੋ ਮਰਜ਼ੀ ਕਰ ਲਓ, ਨਾ ਤਮਾਸ਼ਾ ਦਿਖਾਓ। ਰਹਿਮ ਕਰੋ, ਨਾ ਤਮਾਸ਼ਾ ਦਿਖਾਓ। ਬੱਚੀ ਨਹੀਂ ਜਾਣ ਦੇਣੇ ਦੀ, ਹਟ। ਜਸਜੀਤ ਨੇ ਮਰਦਾਵੀ ਤਾਕਤ ਵਰਤੀ। ਕਿਉਂ ਮੂਡ ਬਣਦੇ ਹੋ ਜੀ? ਅੱਗੇ ਲੋਕ ਕੰਧਾਂ ਪਿੱਛੇ ਭੌਂਕਦੇ ਸੀ, ਫਿਰ ਬਨੇਰਿਆਂ ਤੇ ਬੈਠ ਕੇ ਗੱਲਾਂ ਕਰਿਆ ਕਰਨਗੇ ਬਨੇਰਿਆਂ ਤੇ ਬੈਠ ਕੇ ਗੱਲਾਂ। ਫਿਰ ਨਾਲੇ ਇਹ ਕਿਹੜਾ ਕੋਈ ਨਵੀਂ ਗੱਲ ਹੈ? ਕਾੜ ਕਰਦਾ ਥੱਪੜ ਉਹਦੀ ਗੋਰੀ ਗੱਲ ਉੱਤੇ ਪਿਆ। ਸੋਨੇ ਦਾ ਕਾਂਟਾ ਉਹਦਾ ਕੰਨ ਚੀਰ ਕੇ ਹੋ ਗਿਆ। ਨਾਲ ਹੀ ਤੱਤੇ ਲਹੂ ਦੀ ਤਤੀਰੀ ਤੁਰ ਪਈ। ਜਸਜੀਤ ਗੁੱਸੇ ਵਿੱਚ ਘੁਰਕਿਆ ਤੇ ਆਪਣੇ ਨਾਲ ਸੁਰਿੰਦਰ ਨੂੰ ਤੋੜਨ ਦਾ ਯਤਨ ਕਰਦਾ ਰਿਹਾ। ਉਸ ਥੱਪੜ ਖਾ ਕੇ ਡਿੱਗਦੀ ਨੇ ਲੱਤਾਂ ਨੂੰ ਜੱਫਾ ਮਾਰ ਲਿਆ ਸੀ। ਮਾਰੋ, ਹੋਰ ਮਾਰੋ, ਮੈਨੂੰ ਤਾਂ ਚੁੱਪ ਕਰਵਾ ਲੋਗੇ। ਲੋਕਾਂ ਦਾ ਕੀ ਕਰੋਗੇ? ਚਾਹੇ ਬੇਜੀ ਦੇ ਟੁਕੜੇ ਟੁਕੜੇ ਕਰ ਦਿਓ। ਉਸ ਤਗੜ ਨੂੰ ਕੁੱਤਿਆਂ ਤੋਂ ਪੜਵਾ ਛੱਡੋ। ਉਹਨਾਂ ਦਾ ਮੂੰਹ ਨਹੀਂ ਬੰਦ ਹੋਣ ਲੱਗਿਆ। ਕਲੰਕ ਤੇ ਕਲੰਕ ਤੁਸੀਂ ਖੱਟੋਗੇ। ਮੈਂ ਪੁੱਛਦੀ ਹਾਂ, ਕਿਸ ਨੂੰ ਭੁੱਲਿਆ ਕਿ ਜਦ ਮੁਕਲਾਵੇ ਆਈ ਬੇਜੀ ਇਸ ਦੇ ਨਾਲ ਨਿਕਲ ਗਈ ਸੀ? ਕਿਸ ਦਾ ਮੂੰਹ ਬੰਦ ਕਰੋਗੇ? ਜਾਣ ਦਿਓ, ਮੈਂ ਕਹਿੰਦੀ ਹਾਂ, ਜਾਣ ਦਿਓ, ਛੱਡੋ ਨਾ, ਜਾਓ ਪਲੀਜ਼। ਇੱਕ ਵੀਰਨ ਜਸਜੀਤ ਨੂੰ ਲੱਗਿਆ ਜਿਵੇਂ ਲੱਤਾਂ ਨੂੰ ਜੱਫੀ ਮਾਰੀ ਬੈਠੀ ਹੱਡੀਆਂ ਦੀ ਮੁੱਠ ਨੇ ਉਸਨੂੰ ਪਿੱਠ ਪਰਨੇ ਚੁੱਕ ਮਾਰਿਆ ਤੇ ਚੁਪਾਰੇ ਦੀਆਂ ਕੰਧਾਂ ਤੱਕ ਹਿਲਾ ਦਿੱਤੀਆਂ। ਤੇ ਮੈਂ ਹੱਥ ਤੇ ਹੱਥ ਧਰ ਕੇ ਬੈਠਾ ਉਸਨੂੰ ਦੇਖਦਾ ਰਵਾਂ ਉਸਨੂੰ ਹੱਥ ਦੇ ਹੱਥ ਧਰ ਕੇ ਬੈਠਾ ਇੱਥੇ। ਉੱਪਰੋਂ ਆਪਣਾ ਦਾਬਾ ਕਾਇਮ ਰੱਖਦੇ ਨੇ ਉਸਨੂੰ ਘੂਰਿਆ। ਉਂਝ ਕੁਨੈਣ ਵਰਗੇ ਸੱਚ ਨੇ ਉਸਦਾ ਦਿਮਾਗੀ ਬੁਖਾਰ ਲਾ ਦਿੱਤਾ ਸੀ। ਤਿੱਖੇ ਨਕਸ਼ਾਂ ਵਾਲੀ ਨੀਲੀ ਲਾਟ ਫਿਰ ਚਮਕੀ। ਮੈਂ ਕਦ ਕਹਿਣੀ ਆ ਜੀ, ਨਾਲੇ ਤੁਸੀਂ ਕਿਹੜਾ ਇੱਥੇ ਬੈਠੇ ਰਹਿਣਾ? ਜਿਹੜੇ ਕੰਮ ਆਏ ਉਹ ਕਰਕੇ ਜਾਓ। ਇਹ ਤਾਂ ਜਿਵੇਂ ਕੱਟੀ ਗਈ ਅਗਾਂਹ ਵੀ ਲੰਘ ਜਾਓ। ਸਿਆਣਪ ਮਾੜੇ ਆਦਮੀ ਨੂੰ ਬੋਧਾ ਕਰ ਦਿੰਦੀ ਹੈ। ਉਸਦੀ ਲਚਕ ਮੁੜ ਸ਼ੂ ਕਰਕੇ ਸਿੱਧਾ ਹੋਣ ਦੀ ਥਾਂ ਟੁੱਟ ਜਾਂਦੀ ਹੈ। ਪਿੱਠ ਪਰਨੇ ਡਿੱਗਾ ਉਹ ਸਹਾਰਾ ਢੂੰਡ ਰਿਹਾ ਸੀ। ਦੁੱਖ ਤਾਂ ਹੀ ਹੈ ਸੁਰਿੰਦਰ, ਆ ਕੇ ਹਿੱਕ ਤੇ ਮੂੰਗਰੀ ਤਲੇ ਜਾਂਦੇ। ਹੋਰ ਮੈਂ ਕਿਹੜਾ ਉਸਨੂੰ ਸਵੇਰੇ ਜ਼ਮੀਨ ਦੀ ਰਜਿਸਟਰੀ ਕਰਾਉਣ ਜਾਣ ਦਾ ਖਿਆਲ ਆ ਗਿਆ। ਜਿਹੜੀ 5 ਰੁਪਈਆਂ ਦੀ ਬਿਆਨਾ ਦਿੱਤੀ ਸੀ ਉਸਦਾ ਕੀ ਬਣੂ? ਨਾ ਜਾ ਸਕਿਆ ਤਾਂ ਜਸਜੀਤ ਅੰਦਰੋਂ ਜਿਵੇਂ ਸੀਤ ਜਿਹਾ ਨਿਕਲ ਗਿਆ। ਜੇ ਲੋਕਾਂ ਮਰ ਗਿਆ ਤਾਂ ਵੀ ਸਬਰ ਕੀਤੇ ਨਾ, ਤੁਸੀਂ ਇਹੀ ਸਮਝ ਛੱਡਿਓ। ਉਸਦੀ ਹਰ ਦਲੀਲ ਉਸਨੂੰ ਖੁੰਡਿਆਂ ਕਰੀ ਜਾ ਰਹੀ ਸੀ। ਉਸਦਾ ਦਿਲ ਕੀਤਾ ਪੁੱਛੇ, ਕੋਈ ਦੁੱਖ ਦੇ ਸਿਵੇ ਦਾ ਕੀ ਕਰੇ? ਦੁੱਖ ਦੇ ਸਿਵੇ ਦੀ ਤਾਂ ਲੋਕ ਰੱਖ ਹੀ ਬੈਠਦੇ ਨੇ। ਕੋਈ ਜਾਨਵਰ ਲਾਸ਼ ਨਾ ਖਰਾਬ ਕਰ ਦੇਵੇ, ਇਸ ਲਈ ਮੈਂ ਇਹ ਵੀ ਨਾ ਕਰ ਸਕਿਆ। ਉਹ ਢਿੱਲਾ ਜਿਹਾ ਹੋ ਕੇ ਮੰਜੇ ਤੇ ਬੈਠ ਗਿਆ ਤੇ ਫਿਰ ਲੰਮਾ ਪੈ ਗਿਆ। ਉਦੋਂ ਮਾਂ ਦਾ ਮੁਖੜਾ ਚੰਨ ਵਰਗਾ ਹੁੰਦਾ ਸੀ। ਬੀਤੀ ਦੇ ਨਕਸ਼ ਜਸਜੀਤ ਅੱਗੇ ਸਾਕਾਰ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਉਸ ਪਹਿਲੇ ਕਦੀ ਵਿਚਾਰਿਆ ਤੱਕ ਨਹੀਂ ਸੀ। ਜਦ ਉਸਨੂੰ ਨੁਆ ਜਲੇਬੀ ਜੂੜੇ ਉੱਤੇ ਚਿੱਟਾ ਰੁਮਾਲ ਬੰਨ੍ਹ ਕੇ ਮਾਂ ਸਕੂਲ ਘੱਲਦੀ ਹੁੰਦੀ ਸੀ, ਚੰਨ ਵਰਗਾ ਹੁੰਦਾ ਸੀ ਉਦੋਂ ਮਾਂ ਦਾ ਮੁਖੜਾ। ਮਾਂ ਦਾ ਮੁਖੜਾ ਉਸ ਵੇਲੇ ਵੀ ਚੰਨ ਵਰਗਾ ਹੀ ਹੋਣਾ ਜਦ ਪਿੰਡ ਦੀ ਮੁਢੀਰ ਪੁੱਛਦੀ ਹੁੰਦੀ ਸੀ, ਓਏ ਜੱਸੇ ਤੂੰ ਕਿਹਦਾ ਪਤਾ ਓਏ? ਉਸ ਵੇਲੇ ਉਸ ਮੁਢੀਰ ਚੋਂ ਹਰ ਕੋਈ ਇਹ ਸੁਣਨਾ ਚਾਹੁੰਦਾ ਹੁੰਦਾ ਸੀ, ਮੈਨੂੰ ਪਤਾ ਤੇਰਾ, ਪਤਾ ਮੈਨੂੰ ਤੇਰਾ। ਸ਼ਾਇਦ ਮੰਡੀ ਚੋਂ ਹਰ ਕੋਈ ਇਹ ਸੁਣਨਾ ਚਾਹੁੰਦਾ ਹੁੰਦਾ ਸੀ। ਡਿੰਬ ਵਾਲੀ ਹਵੇਲੀ ਤਾਂ ਕਦੇ ਵੀ ਨਹੀਂ ਸੀ ਭੁੱਲ ਸਕਦੀ, ਜਿੱਥੇ ਖੁਰਲੀ ਉੱਪਰ ਬੈਠੇ ਨਸ਼ਈ ਜਿਹੇ ਹੋਏ ਮੀਤੂ ਨੇ ਇੱਕ ਵਾਰ ਮੁੰਡਿਆਂ ਨਾਲ ਖੇਲਦੇ ਨੂੰ ਹਾਕ ਮਾਰ ਕੇ ਸੱਦਿਆ ਸੀ। ਫਿਰ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ ਸੀ। ਗੱਲਾਂ ਕਰਦੇ ਮੀਤੂ ਨੂੰ ਉਸਦਾ ਮੂੰਹ ਜਿਹਾ ਆਇਆ ਸੀ। ਉਸਦੀ ਮੀਤੂ ਦੀ ਕਰੱਡ ਬਰੇਟੀ ਜੀ ਦਾੜੀ ਵਾਲੀ ਗੱਲ ਨਾਲ ਜਦ ਗੱਲ ਲੱਗੀ ਸੀ ਤਾਂ ਪਹਿਲੀ ਵਾਰ ਜਸਜੀਤ ਨੂੰ ਕੁਝ ਪਿੱਤਰੀ ਪਿਆਰ ਵਰਗਾ ਮਹਿਸੂਸ ਹੋਇਆ ਸੀ। ਅਜਿਹਾ ਹੀ ਅਨੁਭਵ ਸੀ ਕੁਝ। ਹੌਕਾ ਜਿਹਾ ਭਰ ਕੇ ਮੀਤੂ ਨੇ ਕਿਹਾ, ਪੁੱਤਰਾ ਤੂੰ ਅਜੇ ਨਿਆਣਾ ਹੈ, ਤੈਨੂੰ ਸਮਝ ਨਹੀਂ। ਅਤੇ ਗੋਦੀਆਂ ਉਤਾਰ ਕੇ ਉਸ ਆਪਣੇ ਸਾਹਮਣੇ ਖੜਾ ਕਰ ਲਿਆ।
ਜਸਜੀਤ ਨੂੰ ਕੋਈ ਸਮਝ ਨਾ ਲੱਗੀ। ਇਹਨਾਂ ਕੋ ਜ਼ਰੂਰ ਸਮਝ ਗਿਆ ਸੀ ਕਿ ਚਾਚਾ ਕਿਸੇ ਗੱਲੋਂ ਦੁਖੀ ਹੈ, ਬਹੁਤ ਦੁਖੀ, ਤੇ ਉਹ ਵੀ ਉਦਾਸ ਹੋ ਗਿਆ ਸੀ। ਓਏ दारू ਪੀਣਾ? ਦੱਸ, दारू ਪੀਣਾ? ਮੀਤੂ ਨੇ ਐਵੇਂ ਖਿੜ ਕੇ ਪੁੱਛਿਆ ਸੀ ਉਸਨੂੰ ਖੁਸ਼ ਕਰਨ ਲਈ। ਉਸ ਨਾਮ ਵਿੱਚ ਸਿਰ ਹਿਲਾ ਦਿੱਤਾ। ਲਾਡ ਨਾਲ ਉਸਦੀ ਪਿੱਠ ਥਾਪੜਦੇ ਹੋਏ ਮੀਤੂ ਨੇ ਕਿਹਾ, ਇਹ ਨਹੀਂ ਪੀਂਦਾ ਪੁੱਤ, ਬਹੁਤ ਮਾੜਾ ਹੁੰਦਾ। ਆਪਣੀ ਬੇਬੇ ਨੂੰ ਕਹੀਂ ਚਾਚਾ ਕਹਿੰਦਾ ਸੀ ਵੀ ਕੰਮ ਹੈ, ਹਵੇਲੀ ਆ ਜੇ, ਕਿ ਲਾ ਦੀ ਬੀਬੀ ਨੂੰ ਸੁਨੇਹਾ। ਚੰਗਾ, ਬਹੁਤਾ ਸਿਆਣਾ ਡੱਡਾ, ਸੁਨੇਹਾ ਲਾ ਦੀ ਮੇਰਾ ਵੀਰ ਬਣ ਕੇ, ਚੰਗਾ ਪੁੱਤ। ਆਹੋ। ਜਦੋਂ ਮਾਂ ਪਾਸੋਂ ਮੂੰਹ 'ਚ ਗਰਾਹੀ ਪਾਉਣ ਲੱਗਿਆ ਸੀ ਤਾਂ ਉਸਨੂੰ ਮੀਤੂ ਦਾ ਸੁਨੇਹਾ ਯਾਦ ਆਇਆ ਸੀ। ਉਸਦੇ ਮਾਂ ਵਿੱਚ ਫੜੀ ਬੁਰਕੀ ਕੰਬੀ। ਇੱਕ ਪਲ ਨੀਝ ਲਾ ਕੇ ਉਸ ਆਪਣੇ ਜਸਜੀਤ ਦੀਆਂ ਅੱਖਾਂ 'ਚ ਕੁਝ ਟੋਲਿਆ, ਪਰ ਉਹਨਾਂ ਵਿੱਚ ਆਪਣੇ ਅਕਸ ਦੇਖ ਉਹ ਸ਼ਰਮਾਈ ਵੀ ਸੀ ਤੇ ਮੁਸਕਰਾਈ ਵੀ। ਉਦੋਂ ਵੀ ਉਸਨੂੰ ਮਾਂ ਦਾ ਮੁਖੜਾ ਘਟਦਾ ਵੱਧਦਾ ਚੰਨ ਵਰਗਾ ਹੀ ਲੱਗਿਆ ਸੀ ਅਤੇ ਮਾਂ ਨਾਲ ਅੰਤਾਂ ਦਾ ਮੋਹ ਪ੍ਰਤੀਤ ਹੋਇਆ ਸੀ। ਰਾਤ ਸਿਖਰਾਂ ਛੂ ਕੇ ਪਿਛਾਂਹ ਨੂੰ ਪਰਤ ਤੁਰੀ। ਉਸ ਹਨੇਰੇ ਵਿੱਚ ਆਪਣੀ ਘੜੀ ਦੀਆਂ ਚਮਕਦੀਆਂ ਸੂਈਆਂ ਨੂੰ ਦੇਖਿਆ। ਡੋਰੀ ਦਾ ਦਰ ਉਸੇ ਰਮਜ਼ ਨਾਲ ਖੁੱਲ੍ਹ ਕੇ ਫਿਰ ਬੰਦ ਹੋ ਗਿਆ ਸੀ। ਉਸਦੇ ਅੰਦਰੋਂ ਲਾਵੇ ਵਰਗਾ ਕੁਝ ਫਿਰ ਫੱਟਣ ਕਰਨ ਲੱਗ ਪਿਆ। ਸੁਰਿੰਦਰ ਨੇ ਲੱਤ ਉਸਦੇ ਉੱਪਰ ਰੱਖ ਉਸਨੂੰ ਹੋਰ ਆਪਣੀਆਂ ਬਾਹਾਂ 'ਚ ਕੱਸ ਲਿਆ ਸੀ। ਚਲੋ ਹੁਣ ਸੌਂ ਵੀ ਜਾਓ, ਉਸਦੀ ਮਾਨਸਿਕ ਹਾਲਤ ਨੂੰ ਸਮਝਦੀ ਹੋਈ ਉਹ ਬੋਲੀ। ਸਵੇਰੇ ਸ਼ਹਿਰ ਵੀ ਜਾਣਾ ਜੀ ਤੁਸੀਂ, ਸੌਂ ਜਾਓ ਹੁਣ, ਸੌਂ ਜਾਓ। ਉਹ ਬੋਲਿਆ ਨਹੀਂ, ਪਿਆ ਰਿਹਾ। ਆਪੇ ਕਿਸੇ ਵੇਲੇ ਉਸਦੀ ਅੱਖ ਲੱਗ ਗਈ। ਸਵੇਰੇ ਉੱਠਣ ਲੱਗੀ ਸੁਰਿੰਦਰ ਨੇ ਉਸਨੂੰ ਜਗਾਇਆ। ਦੁੱਧ ਰਿੜਕਣ ਦੀ ਘੂੰਕਾਰ ਆਵਾਜ਼ ਆ ਰਹੀ ਸੀ। ਉਹ ਚੁਬਾਰੇ 'ਚੋਂ ਬਾਹਰ ਨਿਕਲਿਆ। ਠੰਡੇ ਵਾਤਾਵਰਣ ਨੇ ਉਸਦੇ ਭਾਰੇ ਹੋਏ ਸਿਰ ਨੂੰ ਕਿਸੇ ਹੱਦ ਤੱਕ ਆਰਾਮ ਦਿੱਤਾ। ਵਿਰਲੇ ਲੋਕ ਉੱਠ ਖੜੇ ਸੀ। ਗੁਰਦੁਆਰੇ ਕੋਲ ਦੀ ਲੰਘਦੇ ਨੇ ਉਸ ਸਤਿਕਾਰ ਨਾਲ ਸਿਰ ਨਵਾਇਆ, ਹੱਥ ਜੋੜੇ। ਵਿਹੜੇ ਵਿੱਚ ਕੋਈ ਗੁਰੂ ਘਰ ਦੀ ਪ੍ਰੇਮਣ ਬੌਕਰ ਦੇ ਰਹੀ ਸੀ। ਪਾਣੀ ਛਿੜਕੇ ਹੋਏ ਤੋਂ ਵੀ ਧੂੜ ਉੱਠ ਰਹੀ ਸੀ। ਹੱਟੀ ਵਾਲਾ ਰੋੜਾ ਮੋਢੇ ਤੇ ਗਿੱਲਾ ਪਰਨਾ ਰੱਖੀ ਤੇ ਹੱਥ ਵਿੱਚ ਗੜਵੀ ਫੜੀ ਉਸਦੇ ਕੋਲ ਦੀ ਰਾਮ ਕਰਦਾ ਲੰਘ ਗਿਆ। ਪਿੰਡ ਦੇ ਬਾਹਰ ਖੂਹ ਵਗ ਰਿਹਾ ਸੀ। ਉਸਦੇ ਕੁੱਤੇ ਦੀ ਟਨ ਦੀ ਆਵਾਜ਼ ਸਵੇਰ ਦੇ ਸ਼ਾਂਤ ਵਾਤਾਵਰਣ ਵਿੱਚ ਵੀ ਬੜੀ ਸੁਖਾਵੀਂ ਸੀ। ਜਦੋਂ ਖੇਤਾਂ ਤੋਂ ਵਾਪਸ ਆਇਆ ਤਾਂ ਪਿੰਡ ਵਿੱਚ ਸਵੇਰ ਦਾ ਰੌਲਾ ਵੱਧ ਚੁੱਕਿਆ ਸੀ। ਮਾਸੂਮਾਂ ਦੇ ਰੋਣ ਤੋਂ ਲੈ ਕੇ ਹੋਕਾ ਦੇ ਕੇ ਆਪਣਾ ਮਾਲ ਵੇਚਣ ਵਾਲੇ ਪਿੰਡ ਦੀਆਂ ਕੱਚੀਆਂ ਪੀਹਾਂ ਤੋਂ ਹੁੰਦੇ ਹੋਏ ਮੀਆਂ ਤੇ ਭਾਰੂ ਹੋ ਚੁੱਕੇ ਸੀ। ਉਸ ਨਾਸ਼ਤਾ ਕੀਤਾ। ਸੁਰਿੰਦਰ ਉਸਦੇ ਤਿਆਰ ਹੋਣ ਵਿੱਚ ਮਦਦ ਕਰਦੀ ਰਹੀ। ਹਮੇਸ਼ਾ ਦੇ ਉਲਟ ਘਰ ਵਿੱਚ ਗਲ ਘੁੱਟੂ ਜੀ ਚੁੱਪ ਤਣੀ ਹੋਈ ਸੀ। ਡੋਰੀ 'ਚੋਂ ਬਾਹਰ ਹੋਣ ਲੱਗੇ ਨੂੰ ਸਵਾਹ ਨਾਲ ਭਾਂਡੇ ਮਾਂਜਦੀ ਬੇਜੀ ਨੇ ਸੰਬੋਧਨ ਕੀਤਾ। ਜੱਸ ਕਾਕਾ ਸ਼ਹਿਰ ਚੱਲਿਆ ਤਾਂ ਐਵੇਂ ਕਰ ਸੁਰਿੰਦਰ ਨੂੰ ਵੀ ਨਾਲ ਹੀ ਲੈ ਜਾ, ਇਹਦਾ ਵੀ ਪਾਸਪੋਰਟ ਬਣਾ ਦੇਵੀਂ। ਜ਼ਮੀਨਾਂ ਤਾਂ ਖਸਮਾਂ ਨੂੰ ਖਾਣੀਆਂ ਇੱਥੇ ਹੀ ਰਹਿਣਗੀਆਂ, ਜਦ ਵਾਹੁਣੀਆਂ ਹੋਣਗੀਆਂ ਉਦੋਂ ਖਰੀਦ ਲਿਓ। ਆਪਣੇ ਬਾਪੂ ਵੱਲ ਹੀ ਵੇਖ, ਸਾਰੀ ਉਮਰ ਬਾਹਰ ਕੱਢ ਲਈ। ਉਸਦਾ ਬਾਪੂ ਬਹੁਤ ਚਿਰ ਹੋਇਆ ਬਾਹਰ ਚਲਾ ਗਿਆ ਸੀ। ਉਹ ਜਦ ਵੀ ਪਰਤਿਆ ਸੀ ਉਸ ਜ਼ਮੀਨ ਖਰੀਦੀ ਸੀ ਜਿਸ ਨੂੰ ਹੁਣ ਤੱਕ ਬੇਗਾਨੇ ਵਾਹ ਰਹੇ ਹਨ, ਇੱਕ ਕਦਮ ਅੰਦਰ ਵੱਲ ਤੇ ਇੱਕ ਬਾਹਰ ਵੱਲ। ਜਸਜੀਤ ਨੂੰ ਜਿਵੇਂ ਮਾਂ ਦੇ ਲਫ਼ਜ਼ਾਂ ਤੇ ਯਕੀਨ ਜਿਹਾ ਨਹੀਂ ਆਇਆ। ਉਸ ਗਰਦਨ ਪਵਾ ਕੇ ਪਿੱਛੇ ਤੱਕਿਆ। ਬੇਜੀ ਦੇ ਸਿਰ ਉੱਪਰ ਮੈਲਾ ਅੱਧੂ ਰਾਣਾ ਚਿੱਟਾ ਲੀੜਾ ਚਿਹਰੇ ਨੂੰ ਇੱਕ ਪਾਸਿਓਂ ਕੱਜ ਰਿਹਾ ਸੀ। ਉਹ ਗਰਦਨ ਝੁਕਾਈ, ਮੁਖ ਤੇ ਦੁੱਖ, ਸ਼ਰਮ, ਰੋਸ, ਦੇਖਣ ਨੂੰ ਸ਼ਾਂਤ, ਅਡੋਲ, ਪਰਦ੍ਰਿੜ ਘਰ ਦੇ ਚੁੱਲ੍ਹੇ ਮੂਹਰੇ ਬੈਠੀ ਘਰ ਦੇ ਜੂਠੇ ਬਰਤਨ ਮਾਂਜ ਰਹੀ ਸੀ। ਰਸੋਈ ਦੀ ਦਰਾਂ ਤੇ ਖੜੀ ਉਸ ਵੱਲ ਤੱਕਦੀ ਸੁਰਿੰਦਰ ਨੇ ਦੋਹਾਂ ਹੱਥਾਂ ਨਾਲ ਚੁਗਾਟ ਨੂੰ ਘੁੱਟ ਕੇ ਫੜਿਆ ਹੋਇਆ ਸੀ। ਸੁਰਿੰਦਰ ਨੇ ਚੁਗਾਟ ਨੂੰ ਘੁੱਟ ਕੇ ਫੜਿਆ ਹੋਇਆ ਸੀ ਤੇ ਬੀਜੀ ਦੇ ਬੋਲ ਉਸਦੇ ਕੰਨਾਂ 'ਚ ਪੈ ਰਹੇ ਸਨ। ਸੁਰਿੰਦਰ ਨੂੰ ਵੀ ਨਾਲ ਹੀ ਲੈ ਜਾ, ਇਹਦਾ ਵੀ ਪਾਸਪੋਰਟ ਬਣਨਾ ਦੇ ਦੇਵੀਂ। ਜ਼ਮੀਨਾਂ ਤਾਂ ਖਸਮਾਂ ਨੂੰ ਖਾਣੀਆਂ ਇੱਥੇ ਰਹਿਣਗੀਆਂ, ਜਦ ਵਾਹੁਣੀਆਂ ਹੋਣੀਆਂ ਉਦੋਂ ਖਰੀਦ ਲਿਓ। ਆਪਣੇ ਬਾਪੂ ਵਾਲੀ ਵੇਖ, ਸਾਰੀ ਉਮਰ ਬਾਹਰ ਕੱਢ ਲਈ, ਸਾਰੀ ਉਮਰ ਬਾਹਰ ਕੱਢ ਲਈ ਤੇ ਜ਼ਮੀਨਾਂ ਨੂੰ ਲੋਕ ਵਾਹੁੰਦੇ ਰਹੇ, ਬੇਗਾਨੇ ਵਾਹੁੰਦੇ ਰਹੇ।